असलामुअलैकुम वेलकम ਤੁਹਾਨੂੰ ਸਭ ਨੂੰ ਮੇਰੇ ਚੈਨਲ ਮੇਚੀ ਟੇਸਟ ਆਫ ਫੂਡ 'ਚ ਉਮੀਦ ਕਰਦੇ ਹਾਂ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਅੱਜ ਮੈਂ ਤੁਹਾਡੇ ਲਈ ਆਪਣੇ ਚੈਨਲ ਤੋਂ ਬੜਾ ਹੀ ਟੇਸਟੀ ਔਰ ਮਜ਼ੇ ਦਾ ਸਾਲਨ ਲੈ ਕੇ ਆਈ ਹਾਂ। ਅੱਜ ਮੈਂ ਜਿਹੜਾ ਸੀ ਨਾ ਬੀਫ ਕੋਰਮਾ ਤਿਆਰ ਕੀਤਾ ਸੀ ਤੇ ਉਹਦੀ ਰੈਸਿਪੀ ਤੁਹਾਡੇ ਨਾਲ ਜਿਹੜੀ ਆ ਮੈਂ ਸਟੈਪ ਬਾਈ ਸਟੈਪ ਸ਼ੇਅਰ ਕਰਾਂਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਨਾ ਮੈਂ ਸ਼ਾਰਟਕਟ ਟਾਈਮ ਦੇ ਵਿੱਚ ਜਿਹੜਾ ਨਾ ਇਹ ਤਿਆਰ ਕੀਤਾ ਸੀ ਬੀਫ ਕੋਰਮਾ। ਇਹਦੀ ਮੈਂ ਸ਼ਾਰਟ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਅਗਰ ਤੁਹਾਡੇ ਅਚਾਨਕ ਗੈਸਟ ਆ ਜਾਣ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਇਤਨਾ ਟੇਸਟੀ ਮਜ਼ੇ ਦਾ ਔਰ ਰੈਸਟੋਰੈਂਟ ਸਟਾਈਲ ਦਾ ਜਿਹੜਾ ਨਾ ਬੀਫ ਕੋਰਮਾ ਤੁਸੀਂ ਘਰ ਤਿਆਰ ਕਰ ਸਕਦੇ ਆ ਥੋੜੇ ਕਮ ਟਾਈਮ ਦੇ ਵਿੱਚ। ਤੇ ਨਾ ਹੀ ਅਸੀਂ ਜਿਹੜਾ ਇਹਨਾਂ ਨੂੰ ਪ੍ਰੈਸ਼ਰ ਲਗਾਉਣਾ ਹੈ ਤੇ ਪ੍ਰੈਸ਼ਰ ਤੋਂ ਬਗੈਰ ਹੀ ਜਿਹੜਾ ਨਾ ਅਸੀਂ ਇਹਨੂੰ ਤਿਆਰ ਕਰਾਂਗੇ। ਤੇ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ। ਪਹਿਲੇ ਵੀ ਜਿਹੜਾ ਨਾ ਮੈਂ ਬੀਫ ਡਾਲ ਕੇ ਤੇ ਉਸ ਦਿਨ ਰਾਈਸ ਬਣਾਏ ਸੀਗੇ ਤੇ ਬੀਫ ਪੁਲਾਓ ਤਿਆਰ ਕੀਤਾ ਸੀ, ਉਹਦੀ ਵੀਡੀਓ ਜਿਹੜੀ ਹੈ ਨਾ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ। ਐਂਡ ਸਕਰੀਨ ਤੇ ਜਿਹੜੀ ਹੈ ਨਾ ਉਹਦੀ ਵੀਡੀਓ ਮੈਂ ਲਗਾ ਦਾਂਗੀ ਤੇ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਆ। और इन्हों ਅਸੀਂ ਹੁਣ ਬਣਾਉਣਾ ਸਟਾਰਟ ਕਰਦੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲਾਂ ਜਿਹੜਾ ਨਾ ਮੈਂ 2 kg ਬੀਫ ਲਿਆ ਸੀ ਲੈ ਕੇ ਤੇ ਇਹਨੂੰ ਅੱਛੀ ਤਰ੍ਹਾਂ ਸਾਫ਼ ਕਰ ਲਿਆ। ਸਾਫ਼ ਕਰਕੇ ਧੋ ਕੇ ਤੇ ਇਹਦੀ ਜਿਹੜੀ ਹੈ ਨਾ ਬੋਟੀ ਥੋੜੀ ਛੋਟੀ ਕਰਵਾਈ ਸੀਗੀ ਕਿਉਂਕਿ ਅਸੀਂ ਛੋਟੀ ਬੋਟੀ ਇਹਦੀ ਪਸੰਦ ਕਰਦੇ ਹਾਂ ਤੇ ਇਸ ਲਈ ਜਿਹੜਾ ਨਾ ਇਹਦੀ ਬੋਟੀ ਛੋਟੀ ਕਰਵਾ ਕੇ ਤੇ ਉਹਦਾ ਅਸੀਂ ਜਿਹੜਾ ਨਾ ਅੱਜ ਮੈਂ ਕੋਰਮਾ ਤਿਆਰ ਕਰਾਂਗੀ ਤੇ ਸਟੈਪ ਬਾਈ ਸਟੈਪ ਤੁਹਾਡੇ ਨਾਲ ਸਾਰੀ ਜਿਹੜੀ ਇਹਦੀ ਰੈਸਿਪੀ ਮੈਂ ਸ਼ੇਅਰ ਕਰਾਂਗੀ। ਤੇ ਹੁਣ ਕਿ ਕੜਾਈ ਲੈ ਕੇ ਤੇ ਉਹਦੇ ਵਿੱਚ ਜਿਹੜਾ ਨਾ ਮੈਂ 2 kg ਬੀਫ ਡਾਲ ਦਿੱਤਾ ਹੈ ਤੇ ਨਾਲ ਜਿਹੜਾ ਨਾ ਮੈਂ ਥੋੜਾ ਜ਼ਿਆਦਾ ਹੀ ਪਿਆਜ਼ ਡਾਲਾਂਗੀ। ਤਕਰੀਬਨ ਇਹ 4 ਤੋਂ 5 ਅਦਦ ਜਿਹੜੇ ਸੀ ਨਾ ਮੀਡੀਅਮ ਸਾਈਜ਼ ਦੇ ਪਿਆਜ਼ ਸੀਗੇ ਤੇ ਉਹਨਾਂ ਨੂੰ ਵੀ ਥੋੜਾ ਮੋਟਾ ਹੀ ਕੱਟ ਲਿਆ ਸੀ ਕਿਉਂਕਿ ਜਦੋਂ ਤੱਕ ਗੋਸ਼ਤ ਕਰਨਾ ਤੇ ਪਿਆਜ਼ ਵੀ ਇਹਦੇ ਵਿੱਚ ਜਿਹੜਾ ਨਾ ਗਲ ਜਾਣਾ ਆ ਤੇ ਇਸ ਲਈ ਪਿਆਜ਼ ਨੂੰ ਥੋੜਾ ਮੋਟਾ ਹੀ ਕੱਟ ਲਓ ਤੇ ਉਹ ਵੀ ਚੱਲੇਗਾ। ਤੇ ਹੁਣ ਨਾਲ ਜਿਹੜਾ ਨਾ ਮੈਂ ਇਹਦੇ ਟਮਾਟਰ ਔਰ ਅਦਰਕ ਲਸਣ ਦਾ ਪੇਸਟ ਡਾਲ ਦਾਂਗੀ। 3 ਤੋਂ 4 ਅਦਰ ਟਮਾਟਰ ਲਏ ਸੀ ਤੇ ਉਹਨਾਂ ਨੂੰ ਜਿਹੜਾ ਨਾ ਮੋਟਾ ਕੱਟ ਲਿਆ ਤੇ ਲਸਣ ਜਿਹੜਾ ਸਾਬਤ ਹੀ ਮੈਂ ਡਾਲਿਆ ਇਹਦੇ ਵਿੱਚ ਔਰ ਅਦਰਕ ਅਸੀਂ ਕੁੱਟ ਕੇ ਜਿਹੜਾ ਫਰੀਜ਼ ਕੀਤਾ ਹੋਇਆ ਤੇ ਮੈਂ 2 ਕਿਊਬਸ ਤਕਰੀਬਨ ਇਹ ਜਿਹੜੇ ਆ ਨਾ ਸਾਡੇ 2 ਤੋਂ 3 ਖਾਣੇ ਦੇ ਚਮਚ ਅਦਰਕ ਹੋਣਾ ਆ ਤੇ ਔਰ ਜਿਹੜਾ ਲਸਣ ਆ ਤੇ ਉਹ ਵੀ ਸਾਬਤ ਐਸੇ ਤਰੀਕੇ ਨਾਲ ਡਾਲ ਦਿੱਤਾ ਕਿਉਂਕਿ ਅਗਰ ਜਦੋਂ ਤੱਕ ਗੋਸ਼ਤ ਜਿਹੜਾ ਨਾ ਇਹ ਗਲਣਾ ਆ ਤੇ ਉਦੋਂ ਤੱਕ ਜਿਹੜਾ ਸਾਰਾ ਇਹਦੇ ਵਿੱਚ ਪਿਆਜ਼ ਵਗੈਰਾ ਔਰ ਟਮਾਟਰ ਔਰ ਇਹ ਸਾਰਾ ਜਿਹੜਾ ਨਾ ਲਸਣ ਅਸੀਂ ਸਾਬਤ ਡਾਲਿਆ ਤੇ ਇਹ ਵੀ ਨਾਲ ਹੀ ਗਲ ਜਾਣਾ। ਤੇ ਹੁਣ ਇਹਦੇ ਵਿੱਚ ਜਿਹੜਾ ਮੈਂ ਸਪਾਈਸੀ ਸ਼ਾਮਲ ਕਰਾਂਗੀ। 2 ਖਾਣੇ ਦੇ ਚਮਚ ਇਹਦੇ ਵਿੱਚ ਜਿਹੜਾ ਮੈਂ ਮਿਰਚਾਂ ਐਡ ਕੀਤੀਆਂ ਆ। ਲਾਲ ਮਿਰਚ ਪਾਊਡਰ ਜਿਹੜਾ ਹੈ ਨਾ ਉਹ 2 ਖਾਣੇ ਦੇ ਚਮਚ ਇਹਦੇ ਵਿੱਚ ਐਡ ਕੀਤਾ ਆ और मिर्चा डालन तो बाद ਜਿਹੜਾ ਨਾ ਇਹਦੇ ਵਿੱਚ ਮੈਂ ਹਲਦੀ ਪਾਊਡਰ ਡਾਲਣਾ ਆ ਤੇ ਹਲਦੀ ਵੀ ਜਿਹੜਾ ਨਾ ਮੈਂ 2 ਟੀਸਪੂਨ ਇਹਦੇ ਵਿੱਚ ਜਿਹੜਾ ਨਾ ਮੈਂ ਹਲਦੀ ਪਾਊਡਰ ਐਡ ਕੀਤਾ ਹੈ। ਹਲਦੀ ਔਰ ਮਿਰਚਾਂ ਜਿਹੜੀਆਂ ਅਸੀਂ ਘਰ ਦੀਆਂ ਪਿਸਵਾਈਆਂ ਹੋਈਆਂ ਆ ਤੇ ਜਦੋਂ ਆ ਹੁਣ ਹਲਦੀ ਦਾ ਸੀਜ਼ਨ ਆ ਤੇ ਹਲਦੀ ਜਿਹੜੀ ਮਾਰਕੀਟ ਦੇ ਵਿੱਚ ਆ ਗਈ ਆ ਮੰਡੀ ਵਗੈਰਾ ਚ ਲਿਆ ਕੇ ਤੇ ਤੁਸੀਂ ਜਿਹੜਾ ਨਾ ਉਹਨੂੰ ਪੀਸ ਕੇ ਤੇ ਘਰ ਸੁਕਾ ਕੇ ਰੱਖ ਸਕਦੇ ਆ। ਤੇ ਨਾਲ ਜਿਹੜੀਆਂ ਨਾ ਮਿਰਚਾਂ ਉਹ ਵੀ ਅਸੀਂ ਘਰ ਹੀ ਪੀਸੀਆਂ ਹੋਈਆਂ ਆ ਤੇ ਇਸ ਲਈ ਸਾਨੂੰ ਤਾਂ ਇਹਦਾ ਜਿਹੜਾ ਨਾ ਟੇਸਟ ਦਾ ਪਤਾ ਹੈ ਕਿ ਕਿੰਨੀਆਂ ਕੁ ਤੇਜ਼ ਆ ਮਿਰਚਾਂ। ਤੇ ਅਗਰ ਤੁਸੀਂ ਬਾਜ਼ਾਰ ਦੀਆਂ ਜਿਸ ਹਿਸਾਬ ਨਾਲ ਤੁਸੀਂ ਖਾਂਦੇ ਆ ਤੇ ਉਸ ਹਿਸਾਬ ਨਾਲ ਤੁਸੀਂ ਜਿਹੜੀਆਂ ਨਾ ਮਿਰਚਾਂ ਨੂੰ ਕਮ ਜਾਂ ਜ਼ਿਆਦਾ ਕਰ ਸਕਦੇ ਆ। ਤੇ ਹੁਣ ਜਿਹੜਾ ਨਾ ਮੈਂ ਇਹਦੇ ਵਿੱਚ ਨਮਕ ਐਡ ਕਰਾਂਗੀ ਤੇ ਨਮਕ ਵੀ ਤੁਸੀਂ ਜਿਹੜਾ ਨਾ ਪਹਿਲੇ ਇਤਨਾ ਜ਼ਿਆਦਾ ਨਹੀਂ ਡਾਲ ਦੇਣਾ ਤੇ ਇਸ ਲਈ ਮੈਂ ਨਮਕ ਥੋੜਾ ਕਮ ਹੀ ਡਾਲਿਆ ਸੀਗਾ ਕਿਉਂਕਿ ਨਮਕ ਜਿਹੜਾ ਨਾ ਅਗਰ ਕਮ ਵੀ ਹੋਵੇ ਤੇ ਦੁਬਾਰਾ ਫਿਰ ਡਾਲਿਆ ਜਾ ਸਕਦਾ ਔਰ ਜ਼ਿਆਦਾ ਹੋ ਜਾਵੇ ਤੇ ਫਿਰ ਖਾਣੇ ਦਾ ਜਿਹੜਾ ਨਾ ਟੇਸਟ ਖਰਾਬ ਹੁੰਦਾ ਆ। ਤੇ ਇਸ ਲਈ ਨਮਕ ਜਿਹੜਾ ਨਾ ਮੈਂ ਇਹਨੂੰ ਕਮ ਕਰਨ ਲਈ ਵੀ ਵੈਸੇ ਤੇ ਨਮਕ ਨੂੰ ਅਗਰ ਜ਼ਿਆਦਾ ਤੁਹਾਡੇ ਕੋਲ ਡਲ ਗਿਆ ਜਾਂ ਬਾਈ ਚਾਂਸ ਤੇ ਇਹਨੂੰ ਕਮ ਕਰਨ ਦਾ ਵੀ ਤਰੀਕਾ ਹੈਗਾ ਆ ਲੇਕਿਨ ਪਹਿਲੇ ਹੀ ਕਮ ਨਮਕ ਜਿਹੜਾ ਨਾ ਮੈਂ ਡਾਲਿਆ ਸੀ ਤਾਂ ਕਿ ਮੈਂ ਨਾ ਬਾਅਦ ਦੇ ਵਿੱਚ ਚੈੱਕ ਕਰਕੇ ਤੇ ਇਹਨੂੰ ਭੁੰਨਦੇ ਹੋਏ ਜਿਹੜਾ ਨਾ ਕਿ ਇਹਦੇ ਵਿੱਚ ਨਮਕ ਦੁਬਾਰਾ ਡਾਲ ਲਾਂਗੀ। ਤੇ ਮੈਂ ਤਕਰੀਬਨ ਇਹਦੇ ਵਿੱਚ ਜਿਹੜੇ ਨਾ 2 ਟੀਸਪੂਨ ਹੀ ਨਮਕ ਦੇ ਡਾਲੇ ਸੀ ਅਸੀਂ ਡਾਲ ਕੇ ਤੇ ਇਹਦੇ ਵਿੱਚ ਸਮਾਲ ਸਾਈਜ਼ ਦਾ ਜਿਹੜਾ ਜੱਗ ਆ ਤਕਰੀਬਨ ਇਹ 3 ਗਲਾਸ ਜਿਹੜੇ ਪਾਣੀ ਹੋਣਾ ਆ ਇਹਦੇ ਵਿੱਚ ਐਡ ਕਰ ਦਿੱਤਾ ਕਰਕੇ ਤੇ ਹੁਣ ਜਿਹੜਾ ਨਾ ਇਹਨੂੰ ਮੈਂ ਦਮ ਤੇ ਲਗਾ ਦੇਣਾ ਆ। ਤੇ ਇਹਨੂੰ ਤਕਰੀਬਨ ਜਿਹੜਾ ਨਾ 40 ਮਿੰਟ ਲੱਗੇ ਸੀ ਪੱਕਦੇ ਹੋਏ ਨੂੰ ਤੇ ਕਿਉਂਕਿ ਇਹ ਬੜਾ ਗੋਸ਼ਤ ਅਸੀਂ ਪ੍ਰੈਸ਼ਰ ਕੁੱਕਰ ਤੋਂ ਬਗੈਰ ਹੀ ਪਕਾ ਰਹੇ ਆ। ਪ੍ਰੈਸ਼ਰ ਕੁੱਕਰ ਤੋਂ ਬਗੈਰ ਹੀ ਦਾਲਾਂ ਵਗੈਰਾ ਗੋਸ਼ਤ ਵਗੈਰਾ ਗਲ ਜਾਂਦਾ ਆ। ਤੇ ਅਗਰ ਤੁਹਾਡੇ ਇਲਾਕੇ ਦਾ ਪਾਣੀ ਇਸ ਕਿਸਮ ਦਾ ਨਹੀਂ ਆ ਕਿ ਉਹਦੇ ਨਾਲ ਨਹੀਂ ਗਲਦਾ ਤੇ ਫਿਰ ਤੁਸੀਂ ਇਹਨੂੰ ਨਾ ਹਲਕਾ ਜਿਹਾ ਪ੍ਰੈਸ਼ਰ ਵੀ ਲਗਾ ਸਕਦੇ ਆ। ਲੇਕਿਨ ਸਾਡੇ ਪਾਣੀ ਦਾ ਜ਼ਰਾ ਹੈਗਾ ਆ ਕਿ ਇਹਦੇ ਨਾਲ ਦਾਲਾਂ ਗੋਸ਼ਤ ਵਗੈਰਾ ਖੁਦ ਬ ਖੁਦ ਜਿਹੜਾ ਨਾ ਉਹ ਗਲ ਜਾਂਦਾ, ਪ੍ਰੈਸ਼ਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤੇ ਇਸ ਲਈ ਇਹਨੂੰ ਮੈਂ 40 ਮਿੰਟ ਲਈ ਜਿਹੜਾ ਨਾ ਇਹਨੂੰ ਤਕਰੀਬਨ ਮੀਡੀਅਮ ਫਲੇਮ ਦੇ ਉੱਤੇ ਰੱਖਿਆ ਸੀ। ਔਰ ਕੜਾਈ ਜਿਹੜੀ ਹੈ ਨਾ ਤੁਸੀਂ ਥੋੜੀ ਵਜ਼ਨੀ ਲੈਣੀ ਆ, ਅਗਰ ਹਲਕੀ ਹੋਈ ਤੇ ਫਿਰ ਗੋਸ਼ਤ ਸਾਡਾ ਜਿਹੜਾ ਨਾ ਉਹ ਨੀਚੇ ਲੱਗਣ ਦਾ ਡਰ ਹੁੰਦਾ ਹੈ। ਤੇ ਇਸ ਲਈ ਤੁਸੀਂ ਜਿਹੜੇ ਵੀ ਬਰਤਨ ਤੇ ਇਹਨੂੰ ਪਕਾਉਣਾ ਆ ਤੇ ਉਹ ਜ਼ਰਾ ਭਾਰਾ ਬਰਤਨ ਤੁਸੀਂ ਲੈਣਾ ਆ। और तकरीबन ਜਿਹੜਾ ਇਹਨੇ ਗੋਸ਼ਤ ਗਲ ਗਿਆ ਆ ਤੇ ਥੋੜੀ ਬਹੁਤ ਇਹਦੇ ਵਿੱਚ ਜਿਹੜੀ ਕਸਰ ਰਹਿ ਗਈ ਉਹ ਦਹੀਂ ਡਾਲਣ ਦੇ ਨਾਲ ਪੂਰੀ ਹੋ ਜਾਏਗੀ। ਤੇ ਮੈਂ ਇਹਦੇ ਵਿੱਚ ਹੁਣ 2 ਪਿਆਲੀਆਂ ਦਹੀਂ ਫੈਂਟ ਕੇ ਅੱਛੀ ਤਰ੍ਹਾਂ ਫਾਈਨ ਜਿਹਾ ਉਹਦਾ ਪੇਸਟ ਬਣਾ ਕੇ ਤੇ ਉਹ ਦਹੀਂ ਇਹਦੇ ਵਿੱਚ ਐਡ ਕਰ ਦਿੱਤਾ ਹੈ। ਤੇ ਨਾਲ ਮੈਂ ਇਹਦੇ ਵਿੱਚ ਹੁਣ ਐਡ ਕਰਾਂਗੀ ਹਰੀਆਂ ਮਿਰਚਾਂ। ਤੇ ਹਰੀਆਂ ਮਿਰਚਾਂ ਜਿਹੜੀਆਂ ਨਾ ਮੈਂ ਸਟਾਰਟਿੰਗ ਦੇ ਵਿੱਚ ਨਹੀਂ ਡਾਲੀਆਂ ਸੀ ਤੇ ਉਹ ਮੈਂ ਰੋਕ ਕੇ ਰੱਖੀਆਂ ਹੋਈਆਂ ਸੀ। ਇਹਨਾਂ ਮੈਂ ਕੱਟ ਕੇ ਹਰੀਆਂ ਮਿਰਚਾਂ 6 ਤੋਂ 7 ਅਦਦ ਹਰੀਆਂ ਮਿਰਚਾਂ ਸੀ ਤੇ ਉਹ ਹੁਣ ਮੈਂ ਇਸ ਪੁਆਇੰਟ ਤੇ ਇਹਦੇ ਵਿੱਚ ਐਡ ਕਰਾਂਗੀ। ਤੇ ਨਾਲ ਇਹਦੇ ਵਿੱਚ ਥੋੜਾ ਜਿਹਾ ਮੈਂ ਗਰਮ ਮਸਾਲਾ ਜਿਹੜਾ ਨਾ ਉਹ ਐਡ ਕਰਨਾ ਹੈ। 1 ਚਮਚ ਜ਼ੀਰੇ ਦਾ ਹੈ, ਸਾਬਤ ਜ਼ੀਰਾ ਔਰ ਥੋੜੇ ਜਿਹੇ ਪੀਸ ਜਿਹੜੇ ਨਾ ਦਾਲਚੀਨੀ ਦੇ ਤੇ ਮੈਂ ਉਹਦੇ ਵਿੱਚ ਐਡ ਕਰਕੇ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਅਪ ਕਰ ਲਾਂਗੀ।
ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਆਏ ਮੇਰੇ ਚੈਨਲ ਤੇ ਪਹਿਲੀ ਦਫਾ ਮੇਰੇ ਚੈਨਲ ਤੋਂ ਵੀਡੀਓ ਦੇਖ ਰਹੇ ਆ ਤੇ ਉਹ ਇਹਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਬੈਲ ਆਈਕਨ ਦੇ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਨਈ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਔਰ ਅਸੀਂ ਦਹੀਂ ਡਾਲ ਕੇ ਇਹਨੂੰ ਮਿਕਸਅਪ ਕਰ ਦਾਂਗੇ। ਮਿਕਸਅਪ ਕਰਕੇ ਤੇ ਮੈਂ ਇਹਨੂੰ ਜਿਹੜਾ ਨਾ ਥੋੜੀ ਦੇਰ ਦਮ ਤੇ ਲਗਾਉਣਾ ਆ ਤਾਂ ਕਿ ਗੋਸ਼ਤ ਦੇ ਵਿੱਚ ਜਿਹੜੀ ਕੋਈ ਕਸਰ ਰਹਿ ਗਈ ਪੱਕਣ ਦੇ ਵਿੱਚ ਤੇ ਉਹ ਵੀ ਗਲ ਜਾਏ ਗੋਸ਼ਤ। ਤੇ ਫਿਰ ਅਸੀਂ ਇਹਨੂੰ ਜਿਹੜਾ ਨਾ ਘੇ ਡਾਲ ਕੇ ਜਾਂ ਆਇਲ ਡਾਲ ਕੇ ਅਸੀਂ ਇਹਨੂੰ ਭੁੰਨਾਂਗੇ ਗੋਸ਼ਤ ਨੂੰ। ਤਾਂ ਪਹਿਲੇ ਜਿਹੜਾ ਨਾ ਦਹੀਂ ਦਾ ਪਾਣੀ ਖੁਸ਼ਕ ਕਰਕੇ ਅੱਛੀ ਤਰ੍ਹਾਂ ਤੇ ਗੋਸ਼ਤ ਗਲਾ ਕੇ ਤੇ ਫਿਰ ਅਸੀਂ ਜਿਹੜਾ ਨਾ ਇਹਨੂੰ ਭੁੰਨਣਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਕਿ ਆਂਚ ਮੈਂ ਕਾਫੀ ਤੇਜ਼ ਕਰ ਲਈ ਸੀ। ਹਾਈ ਫਲੇਮ ਦੇ ਉੱਤੇ ਮੈਂ ਜਿਹੜਾ ਦਹੀਂ ਦਾ ਪਾਣੀ ਸੀ ਸਾਰਾ ਖੁਸ਼ਕ ਕਰ ਲਿਆ ਕਿਉਂਕਿ ਗੋਸ਼ਤ ਗਲ ਗਿਆ ਸੀਗਾ। ਤੇ ਅਗਰ ਅਸੀਂ ਇਹਨੂੰ ਥੋੜੀ ਦੇਰ ਹੋਰ ਦਮ ਤੇ ਲਗਾਵਾਂਗੇ ਤੇ ਇਹਦਾ ਜਿਹੜਾ ਨਾ ਗਲ ਕੇ ਤੇ ਬੋਟੀਆਂ ਸਾਰੀਆਂ ਘੁਲਣਾ ਸ਼ੁਰੂ ਹੋ ਜਾਣਗੀਆਂ। ਤੇ ਇਸ ਲਈ ਇਹਨੂੰ ਜਿਹੜਾ ਨਾ ਮੈਂ ਆਇਲ ਡਾਲ ਕੇ ਤੇ ਹੁਣ ਇਹਨੂੰ ਮੈਂ ਭੁੰਨ ਲਾਂਗੀ। ਤੁਹਾਨੂੰ ਮੈਂ ਤੋੜ ਕੇ ਦਿਖਾਉਂਦੀ ਹਾਂ ਇਹਦਾ ਪੀਸ ਕਿ ਗੋਸ਼ਤ ਬਿਲਕੁਲ ਗਲਿਆ ਹੋਇਆ ਆ। ਔਰ ਇਹਨੂੰ ਕਾਂਟੇ ਦੇ ਨਾਲ ਤੋੜ ਕੇ ਵੀ ਚੈੱਕ ਕਰ ਸਕਦੇ ਹਾਂ। ਤੇ ਇਸ ਤੋਂ ਇਲਾਵਾ ਠੰਡਾ ਪਾਣੀ ਲੈ ਕੇ ਕੌਲੀ ਦੇ ਵਿੱਚ ਡਾਲ ਕੇ ਤੇ ਡਿਪ ਕਰਕੇ ਪੀਸ ਨੂੰ ਇੱਕ ਨੂੰ ਤੇ ਉਹਨੂੰ ਹੱਥ ਦੇ ਨਾਲ ਤੋੜ ਕੇ ਵੀ ਚੈੱਕ ਕਰ ਸਕਦੇ ਹਾਂ। ਔਰ ਗੋਸ਼ਤ ਸਾਡਾ ਜਿਹੜਾ ਸੀਗਾ ਉਹ ਭੁੱਜ ਗਿਆ ਆ ਤੇ ਪਾਣੀ ਜਿਹੜਾ ਬਿਲਕੁਲ ਖਤਮ ਹੋ ਗਿਆ ਔਰ ਆਇਲ ਨੇ ਗੋਸ਼ਤ ਨੇ ਜਿਹੜਾ ਨਾ ਛੋੜ ਦਿੱਤਾ ਹੈ। ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਹਲਕਾ ਜਿਹਾ 1 ਕੱਪ ਪਾਣੀ ਡਾਲ ਕੇ ਤੇ ਮੈਂ ਨਾ ਉੱਪਰੋਂ ਦੀ ਧਨੀਆ ਡਾਲ ਦਾਂਗੀ ਤਾਂ ਕਿ ਇਹਦੀ ਥੋੜੀ ਜਿਹੀ ਜਿਹੜੀ ਨਾ ਗ੍ਰੇਵੀ ਬਣ ਜਾਏ। ਤੇ ਧਨੀਆ ਡਾਲ ਕੇ ਤੇ ਨਾਲ ਮੈਂ ਇਹਦੇ ਵਿੱਚ ਜਿਹੜਾ ਨਾ ਖੁਸ਼ਕ ਮਸਾਲਾ ਐਡ ਕਰਕੇ ਤੇ ਮੈਂ ਥੋੜੀ ਦੇਰ ਦਮ ਤੇ ਲਗਾ ਦਿੱਤਾ। ਔਰ ਸਾਡਾ ਹੁਣ ਜਿਹੜਾ ਨਾ ਬੀਫ ਕੋਰਮਾ ਤਿਆਰ ਹੋ ਗਿਆ ਤੇ ਮੈਂ ਦਮ ਖੋਲ ਕੇ ਤੈਨੂੰ ਡਿਸ਼ ਆਊਟ ਕਰਕੇ ਤੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਕਿ ਕਿੰਨਾ ਅੱਛਾ ਲੱਗ ਰਿਹਾ ਹੈ। ਤੇ ਬਿਲਕੁਲ ਇਹ ਬੜਾ ਹੀ ਪਿਆਰਾ ਔਰ ਅੱਛਾ ਔਰ ਟੇਸਟੀ ਜਿਹੜਾ ਨਾ ਬੀਫ ਕੋਰਮਾ ਜਿਹੜਾ ਤਿਆਰ ਹੋਇਆ ਸੀ ਬਿਲਕੁਲ ਰੈਸਟੋਰੈਂਟ ਸਟਾਈਲ ਦਾ। ਤੇ ਉਮੀਦ ਕਰਦੀ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ। ਅਗਰ ਮੇਰੀ ਰੈਸਪੀ ਪਸੰਦ ਆਈ ਹੈ ਤੇ ਇਹਨੂੰ ਲਾਈਕ ਵੀ ਕਰ ਦੇਣਾ ਤੇ ਬਾਕੀ ਆਪਣੀ ਭੈਣਾਂ ਨਾਲ ਸ਼ੇਅਰ ਵੀ ਕਰਨਾ। ਤੇ ਨਾਲ ਮੈਂ ਆਪਣੇ ਚੈਨਲ ਤੇ ਬਹੁਤ ਸਾਰੇ ਚਾਈਨੀਜ਼ ਖਾਣੇ ਜਿਹੜੇ ਆ ਤੇ ਉਹਨਾਂ ਦੀ ਰੈਸਿਪੀਜ਼ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਆ। ਤੇ ਨਾਲ ਜਿਹੜੇ ਮੈਂ ਸੈਲਡ ਵਗੈਰਾ ਬਣਾਏ ਸੀ ਤੇ ਉਹਨਾਂ ਦੀਆਂ ਵੀ ਤੇ ਡਾਈਟ ਸੈਲਡ ਬਣਾਇਆ ਸੀ ਸੂਪ ਵਗੈਰਾ ਦੀ ਰੈਸਿਪੀ ਸ਼ੇਅਰ ਕੀਤੀਆਂ ਆ। ਤੁਸੀਂ ਜਾ ਕੇ ਤੇ ਉਹਦੇ ਤੋਂ ਦੇਖ ਸਕਦੇ ਆ। ਅਗਰ ਤੁਹਾਨੂੰ ਕੋਈ ਰੈਸਿਪੀ ਚਾਹੀਦੀ ਹੈ ਤੇ ਮੇਰੇ ਚੈਨਲ ਤੇ ਜਾ ਕੇ ਵਿਜ਼ਿਟ ਕਰੋ ਤੇ ਉੱਥੋਂ ਦੇਖ ਕੇ ਤੇ ਤੁਸੀਂ ਬਣਾ ਸਕਦੇ ਟਰਾਈ ਕਰ ਸਕਦੇ। ਤੇ ਤੁਸੀਂ ਜਿਹੜਾ ਬੀਫ ਕੋਰਮਾ ਮੈਂ ਤਿਆਰ ਕੀਤਾ ਹੈ ਘਰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਫੀਡਬੈਕ ਦਿਓ। ਮੇਰੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਘਰ ਬਣਾਇਆ ਸੀ ਕਿਸ ਤਰ੍ਹਾਂ ਦਾ ਬਣਿਆ ਤੁਹਾਡੇ ਕੋਲ। ਤੇ ਹੁਣ ਰੋਟੀ ਅਸੀਂ ਜਿਹੜੀ ਨਾ ਤੰਦੂਰ ਤੋਂ ਲਗਵਾਈ ਸੀ ਤੇ ਬਹੁਤ ਹੀ ਨਰਮ ਔਰ ਟੇਸਟੀ ਜਿਹੜੀ ਹੈ ਨਾ ਤੰਦੂਰ ਦੀ ਰੋਟੀ ਲੱਗੀ ਸੀ। ਤੇ ਨਾਲ ਜਿਹੜਾ ਅਸੀਂ ਆਹ ਕੋਰਮੇ ਤੁਹਾਨੂੰ ਮੈਂ ਤੋੜ ਕੇ ਦਿਖਾਉਂਦੀ ਹਾਂ ਕਿ ਵਿੱਚੋਂ ਐਂਡ ਤੱਕ ਜਿਹੜਾ ਨਾ ਇਹ ਗੋਸ਼ਤ ਗਲਿਆ ਹੋਇਆ ਆ ਤੇ ਵਿੱਚੋਂ ਤੱਕ ਪੱਕਿਆ ਹੋਇਆ ਹੈ ਬਿਲਕੁਲ ਨਰਮ ਔਰ ਇਤਨਾ ਅੱਛਾ ਔਰ ਟੇਸਟੀ ਜਿਹੜਾ ਨਾ ਇਹ ਬੀਫ ਕੋਰਮਾ ਜਿਹੜਾ ਤਿਆਰ ਹੋਇਆ ਸੀਗਾ। ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਰੈਸਪੀ ਪਸੰਦ ਆਏਗੀ ਤੇ ਮੈਨੂੰ ਤਾਂ ਹੁਣ ਇਜਾਜ਼ਤ। ਇਨਸ਼ਾਅੱਲਾ ਤਾਲਾ ਮੈਂ ਆਪਣੀ ਨੈਕਸਟ ਵੀਡੀਓਜ਼ ਦੇ ਨਾਲ ਫਿਰ ਤੁਹਾਡੀ ਖਿਦਮਤ ਜਲਦੀ ਹਾਜ਼ਰ ਹੋਊਂਗੀ। ਦੁਆਵਾਂ 'ਚ ਮੈਨੂੰ ਯਾਦ ਰੱਖਿਓ ਮੇਰੇ ਵੱਲੋਂ ਹੁਣ ਅੱਲਾ ਹਾਫਿਜ਼।